रितेश लखिया अनप्लग्ड इस यूट्यूब चैनल ਤੇ ਇੱਕ ਵਾਰ ਫੇਰ ਇੱਕ ਵੀਡੀਓ ਲੈ ਕੇ ਹਾਜ਼ਰ ਹਾਂ। ਅੱਜ ਮੈਂ ਗੱਲ ਕਰਾਂਗਾ ਪੰਜਾਬ ਦੇ ਵਿੱਚ ਸਿਆਸੀ ਤੇ ਧਾਰਮਿਕ ਪੱਧਰ ਉੱਤੇ ਸਭ ਤੋਂ ਜ਼ਿਆਦਾ ਉਬਾਲ ਜਿਸ ਮੁੱਦੇ ਉੱਤੇ ਸੂਬੇ ਦੇ ਵਿੱਚ ਆਇਆ ਹੋਇਆ ਹੈ। SIT ਭੰਗ ਕਰਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਨੂੰ 9 ਅਪ੍ਰੈਲ ਨੂੰ ਹੀ ਹਟਾਤਾ ਗਿਆ ਸੀ, ਲੇਕਿਨ ਇਸ ਜਜਮੈਂਟ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਹੈ ਉਸ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਫਤੀਸ਼ ਦੀਆਂ ਧੱਜੀਆਂ ਉਡਾਤੀਆਂ ਗਈਆਂ ਨੇ। ਧੱਜੀਆਂ ਸਿਰਫ ਤਫਤੀਸ਼ ਦੀਆਂ ਦੀ ਨਹੀਂ ਬਲਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਆਪਣੀਆਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ ਉਡਾਤੀਆਂ ਨੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇਸ ਜਜਮੈਂਟ ਦੇ ਉੱਤੇ ਹਾਈ ਕੋਰਟ ਦੀ ਇਸ ਜਜਮੈਂਟ ਉੱਤੇ ਮੈਂ ਇੱਕ ਅਲੱਗ ਵੀਡੀਓ ਬਣਾ ਚੁੱਕਾ ਹਾਂ, ਜਿਸ ਵਿੱਚ ਕਿ ਇਸ ਚੀਜ਼ ਦੀ ਬਹੁਤ ਵੱਡੀ ਤੇ ਵਿਸਤਾਰ ਨਾਲ ਰੂਪਰੇਖਾ ਤੁਹਾਡੇ ਸਾਹਮਣੇ ਰੱਖੀ ਗਈ ਹੈ। ਕਿਸ ਤਰੀਕੇ ਨਾਲ ਹਾਈ ਕੋਰਟ ਦੇ ਬੈਂਚ ਨੇ ਆਪਣੀਆਂ ਹੱਦਾਂ ਨੂੰ ਪਾਰ ਕਰਕੇ ਇੱਕ ਐਸਾ ਫੈਸਲਾ ਸੁਣਾ ਦਿੱਤਾ ਜਿਸ ਵਿੱਚ ਕਿ ਬਹੁਤ ਸੇ ਮੁਲਜ਼ਮਾਂ ਨੂੰ ਇੱਕ ਬਲੈਂਕਟ ਐਕੁਇਟਲ ਦੀ ਸ਼ਕਲ ਵਿੱਚ ਇੱਕ ਬਲੈਂਕਟ ਰਿਲੀਫ ਤੇ ਬਰਾਬਰ ਰਿਲੀਫ ਰਾਹਤ ਹਾਈ ਕੋਰਟ ਵੱਲੋਂ ਦਿੱਤੀ ਗਈ। ਬਾਦਲਾਂ ਨੂੰ ਕਲੀਨ ਚਿੱਟ ਤੋਂ ਲੈ ਕੇ ਬਹਿਬਲ ਕਲਾਂ ਦੇ ਵਿੱਚ ਜਿਹੜੀ ਤਫਤੀਸ਼ ਹੈ ਉਸ ਉੱਤੇ ਸਵਾਲ ਖੜੇ ਕਰਨਾ ਜਾਂ ਫਿਰ ਜਸਟਿਸ ਰਾਜਨ ਗੁਪਤਾ ਦੇ ਫੈਸਲੇ ਜਜਮੈਂਟ ਦੇ ਉੱਤੇ ਜਿਸ ਵਿੱਚ ਕਿ ਬੇਅਦਬੀਆਂ ਦੀ ਜਾਂਚ ਨੂੰ ਵਾਪਸ ਮੰਗਾਏ ਜਾਣ ਵਿੱਚ ਇੱਕ ਅਹਿਮ ਮਾਰਕਾ ਪੰਜਾਬ ਵਿੱਚ ਮਾਰਿਆ ਗਿਆ ਸੀਗਾ। ਪੰਜਾਬ ਦੇ ਕਾਨੂੰਨੀ ਪੱਖ ਨੇ ਉਸ ਉੱਤੇ ਸਵਾਲ ਖੜੇ ਕਰਨ ਤੋਂ ਇਲਾਵਾ ਵੀ ਇਸ ਜਜਮੈਂਟ ਦੇ ਵਿੱਚ ਬਹੁਤ ਕਮੀਆਂ ਖਾਮੀਆਂ ਨੇ। ਇੱਕ ਅਲੱਗ ਵੀਡੀਓ ਦੇ ਵਿੱਚ ਆਪਾਂ ਉਸ ਨੂੰ ਡੀਲ ਕਰ ਚੁੱਕੇ ਹਾਂ। ਇਸ ਵੀਡੀਓ ਵਿੱਚ ਗੱਲਬਾਤ ਹੋਏਗੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਤੌਰ SIT ਮੁਖੀ ਹੋਣ ਦੇ ਭੂਮਿਕਾ ਬਾਰੇ। ਉਹ ਭੂਮਿਕਾ ਰੋਲ ਜੋ ਉਹਨਾਂ ਨੇ ਅਦਾ ਕੀਤਾ ਉਸ ਉੱਤੇ ਅਦਾਲਤ ਦੀਆਂ ਟਿੱਪਣੀਆਂ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਵੀ ਕ੍ਰਿਟੀਕਲ ਨੇ। ਬਹੁਤ ਹੀ ਜ਼ਿਆਦਾ ਕਠੋਰ ਤੇ ਠੋਸ ਸ਼ਬਦਾਂ ਦੇ ਵਿੱਚ ਅਦਾਲਤ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਹੀ ਨਹੀਂ ਬਲਕਿ ਖੁਦ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੁਰੀ ਤਰ੍ਹਾਂ ਭੰਡਿਆ ਹੈ। ਉਹਨਾਂ ਦੇ ਇਨਵੈਸਟੀਗੇਟਿਵ ਸਕਿੱਲਸ ਉੱਤੇ ਸਵਾਲ ਖੜੇ ਕੀਤੇ ਗਏ ਨੇ। ਉਹਨਾਂ ਦੀ ਇਸ ਜਾਂਚ ਨੂੰ ਇੱਕ ਬਦਨੀਅਤੀ ਤੋਂ ਕੀਤੀ ਗਈ ਜਾਂਚ ਦੱਸਿਆ ਗਿਆ ਹੈ। ਉਹਨਾਂ ਦੀ ਇਸ ਜਾਂਚ ਨੂੰ ਇੱਕ ਬੇਤੁਕੀ ਐਬਸਰਡ ਜਾਂਚ ਦੱਸਿਆ ਗਿਆ ਹੈ। ਇੱਕ ਪਰਫੰਕਟਰੀ ਇਨਵੈਸਟੀਗੇਸ਼ਨ ਉਸ ਨੂੰ ਕਰਾਰ ਦਿੱਤਾ ਗਿਆ ਹੈ ਤੇ तमाम ਸਵਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਵਿਵਾਦਿਤ ਪਿਛੋਕੜ ਚੋਂ ਕੱਢ ਕੇ ਵੀ ਅਦਾਲਤ ਨੇ ਰੀਪਰੋਡਿਊਸ ਕਰਤੇ। ਅਸੀਂ ਪਿਛਲੇ ਵੀਡੀਓ ਦੇ ਵਿੱਚ ਜਿਸ ਵਿੱਚ ਕਿਸੇ ਅਦਾਲਤ ਦੀਆਂ ਟਿੱਪਣੀਆਂ ਤੇ ਆਬਜ਼ਰਵੇਸ਼ਨਸ ਨੂੰ ਬਹੁਤ ਹੀ ਜ਼ਿਆਦਾ ਕ੍ਰਿਟੀਕਲੀ ਐਗਜ਼ਾਮਿਨ ਕੀਤਾ ਸੀ, ਉਸ ਵਿੱਚ ਇੱਕ ਸ਼ਬਦ ਦਾ ਪ੍ਰਯੋਗ ਕੀਤਾ ਸੀ ਵੀ ਅਦਾਲਤ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਇਸ ਜਜਮੈਂਟ ਦੇ ਵਿੱਚ ਇੱਕ ਤਰੀਕੇ ਦਾ ਕ੍ਰਿਟੀਕਲ ਐਸੇ ਹੀ ਲਿਖ ਛੱਡਿਆ ਹੈ। ਇਹ ਗੁਰਦੀਪ ਪੰਡੇਰ ਦੀ ਪਟੀਸ਼ਨ ਸੀ, ਲੇਕਿਨ ਕੁੰਵਰ ਵਿਜੇ ਪ੍ਰਤਾਪ ਬਾਰੇ ਇੰਨੀਆਂ ਕਠੋਰ ਟਿੱਪਣੀਆਂ ਕਰਨ ਦੀ ਕੀ ਲੋੜ ਪਈ ਸੀ? ਇੱਕ ਜਾਂਚ ਅਧਿਕਾਰੀ ਨੂੰ ਟਾਰਗੇਟ ਤੇ ਇੰਨਾ ਕਿਉਂ ਕੀਤਾ ਗਿਆ? ਇਸ ਜਜਮੈਂਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਅਸੀਂ ਤਕਰੀਬਨ ਉਸੇ ਤਰੀਕੇ ਨਾਲ ਟਾਰਗੇਟ ਹੁੰਦਾ ਵੇਖ ਰਹੇ ਹਾਂ ਜਿਵੇਂ ਕਿ ਉਹਨਾਂ ਦੇ ਸਿਆਸੀ ਵਿਰੋਧੀ ਉਹਨਾਂ ਨੂੰ ਕਰਿਆ ਕਰਦੇ ਨੇ। ਲੇਕਿਨ ਇਸ ਵੀਡੀਓ ਦਾ ਕੋਸ਼ਿਸ਼ ਤੇ ਇਸ ਦਾ ਮੰਤਵ ਅਦਾਲਤ ਦੀ ਟਿੱਪਣੀ ਜਾਂ ਅਦਾਲਤ ਦੇ ਆਬਜ਼ਰਵੇਸ਼ਨਸ ਨੂੰ ਕ੍ਰਿਟੀਕਲੀ ਐਗਜ਼ਾਮਿਨ ਕਰਨਾ ਨਹੀਂ ਬਲਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਰੋਲ ਨੂੰ ਕ੍ਰਿਟੀਕਲੀ ਐਗਜ਼ਾਮਿਨ ਕਰਨਾ ਹੈ, ਕਿਉਂਕਿ ਉਹਨਾਂ ਵੱਲੋਂ ਕੀਤੀ ਗਈ ਤਫਤੀਸ਼ ਉਸ ਦੇ ਵਿੱਚ ਰਹੀਆਂ ਕਮਜ਼ੋਰੀਆਂ ਕਮੀਆਂ ਖਾਮੀਆਂ ਬਹੁਤ ਵੱਡਾ ਸਬਬ ਬਣੀਆਂ ਨੇ। ਇਹ ਬੇਅਦਬੀ ਦੇ ਨਾਲ ਜੁੜੇ ਹੋਏ तमाम ਮੁੱਦੇ ਉਹਨਾਂ ਦੀ ਪੜਤਾਲਾਂ ਉਹਨਾਂ ਦੀ ਤਫਤੀਸ਼ਾਂ ਖਤਰੇ ਵਿੱਚ ਨੇ ਤੇ ਇਸ ਦਾ ਜ਼ਿੰਮਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੈਰ ਜ਼ਿੰਮੇਦਾਰਾਨਾ ਅਪਰੋਚ ਨੂੰ ਮੰਨਿਆ ਜਾ ਸਕਦਾ ਹੈ। ਤੁਹਾਨੂੰ ਇਹ ਚੀਜ਼ ਚੁੱਭ ਸਕਦੀ ਹੈ, ਤੁਹਾਨੂੰ ਇਹ ਚੀਜ਼ ਬੁਰੀ ਲੱਗ ਸਕਦੀ ਹੈ, ਲੇਕਿਨ ਇਸ ਚੀਜ਼ ਨੂੰ ਆਰਗੂਮੈਂਟ ਨੂੰ ਮੈਂ ਅੱਗੇ ਵਧਾਵਾਂਗਾ ਤੇ ਨੁਕਤਾ ਦਰ ਨੁਕਤਾ ਪੁਆਇੰਟ ਵਾਈਜ਼ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਗਲਤੀਆਂ ਕਿੱਥੇ ਕੀਤੀਆਂ। ਕੁੰਵਰ ਵਿਜੇ ਪ੍ਰਤਾਪ ਦੀ ਸਭ ਤੋਂ ਵੱਡੀ ਕਮਜ਼ੋਰੀ ਤੇ ਸਭ ਤੋਂ ਵੱਡੀ ਗਲਤੀ ਜਾਂ ਕਮੀ ਮੈਂ ਇਹ ਮੰਨਦਾ ਹਾਂ ਜੋ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਵੀ ਆਪਣੀ ਜਜਮੈਂਟ ਵਿੱਚ ਦਰਜ ਕੀਤੀ ਹੈ, ਉਹ ਇਹ ਹੈ ਕਿ ਬਾਦਲਾਂ ਦੇ ਖਿਲਾਫ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਖਿਲਾਫ ਉਹ ਬਿਆਨਾਂ ਦੇ ਵਿੱਚ ਆਪਣੀ ਮੀਡੀਆ ਚਰਚਾਵਾਂ ਦੇ ਵਿੱਚ ਇੰਟਰਵਿਊਜ਼ ਦੇ ਦੌਰਾਨ ਜਾਂ तमाम ਗੱਲਾਂ ਬਾਤਾਂ ਕਰਦੇ ਤਾਂ ਰਹੇ ਨੇ, ਲੇਕਿਨ ਪਹਿਲੀ ਚਾਰਜਸ਼ੀਟ ਜੋ ਕਿ ਸਾਲ 2019 ਵਿੱਚ ਆਉਂਦੀ ਹੈ ਉਸ ਚਾਰਜਸ਼ੀਟ ਦੇ ਵਿੱਚ ਇੱਕ ਹਲਕਾ ਜਿਹਾ ਜ਼ਿਕਰ ਕਰਨ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਵੀ ਠੋਸ ਟਿੱਪਣੀ ਜਾਂ ਕੋਈ ਵੀ ਠੋਸ ਪੁਖਤਾ ਜਾਣਕਾਰੀ ਨਾ ਤਾਂ ਤਫਤੀਸ਼ ਦੇ ਵਿੱਚ ਲਿਆਂਦੀ, ਨਾ ਉਹਨਾਂ ਨੂੰ ਚਲਾਨ ਜਾਂ ਚਾਰਜਸ਼ੀਟਾਂ ਦੇ ਵਿੱਚ ਦਰਜ ਕੀਤਾ ਤੇ ਨਾ ਹੀ ਬਤੌਰ ਐਕਿਊਜ਼ਡ ਯਾਨੀ ਕਿ ਬਤੌਰ ਮੁਲਜ਼ਮ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਪੜਤਾਲ ਦੇ ਵਿੱਚ ਸ਼ਾਮਲ ਕੀਤਾ। ਕਿਉਂਕਿ ਸਮਝਣ ਦੀ ਗੱਲ ਹੈ ਵੀ ਟ੍ਰਾਇਲ ਕੋਰਟ ਦੇ ਵਿੱਚ ਜਾਂ ਥਲੜੀ ਅਦਾਲਤਾਂ ਦੇ ਵਿੱਚ ਲਗਭਗ 9 ਚਲਾਨ ਦਿੱਤੇ ਜਾ ਚੁੱਕੇ ਨੇ ਤੇ ਜੇ 9 ਚਲਾਨ ਦਿੱਤੇ ਜਾਣ ਤੋਂ ਬਾਅਦ 3-3 ਸਾਲ ਬੀਤਣ ਤੋਂ ਬਾਅਦ ਵੀ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਮੁਲਜ਼ਮ ਹੀ ਨਹੀਂ ਬਣਾ ਪਾਏ ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮੁਲਜ਼ਮ ਹੀ ਨਹੀਂ ਬਣਾ ਪਾਉਂਦੇ ਤਾਂ ਫਿਰ ਉਹ ਕਿਸ ਚੀਜ਼ ਦੀ ਤਫਤੀਸ਼ ਕਰ ਰਹੇ ਨੇ? ਤੇ ਉਹ ਬਿਆਨ ਉਹ ਮੀਡੀਆ ਦੇ ਵਿੱਚ ਚਰਚਾਵਾਂ ਕਿ ਸੁਰਖੀਆਂ ਬਟੋਰਨ ਜਾਂ ਆਪਣੇ ਆਪ ਨੂੰ ਇੱਕ ਸਿੰਘਮ ਸਾਬਿਤ ਕਰਨ ਦੀ ਕੋਸ਼ਿਸ਼ ਹੈ। ਇਹ ਫੈਕਟ ਹੈ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਜਾਂਚ ਹੈ ਜਿਸ ਉੱਤੇ ਸਭ ਤੋਂ ਪਹਿਲੇ ਡਿਸਕਸ਼ਨ ਮੈਂ ਉਸੇ ਮਹੀਨੇ ਦੇ ਵਿੱਚ 2019 ਵਿੱਚ ਕਰਤੀ ਸੀ ਜਦੋਂ ਕਿ ਉਹਨਾਂ ਨੇ ਆਪਣੀ ਚਾਰਜਸ਼ੀਟ ਨੂੰ ਇੰਟਰਨੈਸ਼ਨਲ ਚਾਰਜਸ਼ੀਟ ਦਾ
रुतबा दे ਦਿੱਤਾ ਸੀ। अपने आप ही उन्होंने अपनी चार्जशीट की तुलना दुनिया की टॉप मोस्ट इन्वेस्टिगेटिव पड़तालिया तफ्तीशिया एजेंसियां के नाल करती सी। लेकिन मेरा सवाल यही सी भी प्रकाश सुखबीर सिंह बादल, अक्षय कुमार ते गुरमीत राम रहीम की मुंबई के विच हुई एक कथित मीटिंग का वेरवा या उसकी तारीख तक क्यों नहीं इस चार्जशीट के विच दर्ज है, तो उस तो अगले 2.5 साल के वक्फे के दौरान आईयां 8 होर चार्जशीटां दे विच सुखबीर बादल, अक्षय कुमार और गुरमीत राम रहीम की उस कथित मीटिंग जिसका जिक्र पहली चार्जशीट में सी वो किते नहीं किया गया। तो इसी चीज़ को कोर्ट ने एक आधार बनाया ये स्थापित करने का भी कुंवर विजय प्रताप सिंह बयान बहादुर बन के बादलों को या एक सियासी मुफाद नाल जुड़ के इस इन्वेस्टिगेशन को कर रहे सन। इस चार्जशीट का या चलाना का या इस SIT के पतन का सब तो बड़ा कारण ये सी ते इसलिए कुंवर विजय प्रताप खुद भी जिम्मेवार ने। कुंवर विजय प्रताप की दूजी समस्या है या कमी खामी वो सी मीडिया के ज़्यादा मुखर होना, TV चैनलों पर इंटरव्यूज़ देना। बहुत से TV चैनलों को बहुत ही क्रिटिकल मौके दिते। 2019 के लोक सभा चोणों तो पहला जिहड़ियां उन्होंने इंटरव्यूज़ दित्तियां गईयां, जिस तो बाद कि अकाली दल के जिहड़े मैंबर पार्लीमेंट सन नरेश गुजराल वालों शिकायत दी गई। तो अकाली दल की शिकायत उत्ते इलैक्शन कमीशन ऑफ इंडिया ने कुंवर विजय प्रताप सिंह नूं SIT के अहुदे तो कुछ समय लिए हटाने लई यानी कि मॉडल कोड ऑफ कंडक्ट के चलदियां हटाने की गलबात ते ऑर्डर निर्देश दिते गए। किसी भी अफसर लई ये बहुत बड़ा स्ट्रक्चर होंदा जदों इलैक्शन कमीशन ऑफ इंडिया किसी चलते चोण के किसी अफसर को उसके अहुदे तो या ड्यूटी तो हटा देंदी है या उसकी ट्रांसफर किते कर देंदी है, तो उसकी ACR के विच एक काले धब्बे वांग ये डिवेलपमेंट होंदी है। यही काला धब्बा कुंवर विजय प्रताप सिंह के दामन ते भी लग्या ते उन्होंने बाद दे विच हाईकोर्ट की 9 अप्रैल 2021 के इस फैसले दे विच इस इलैक्शन कमीशन ऑफ इंडिया के स्ट्रक्चर जिहड़े उन्होंने पास किए गए सन उन्होंने हटाया गया सीगा। वो एक आधार बनया किते ना किते उन्होंने अपना बड़बोलापन ते उन्हों दा कायदे ते नियमां नूं पालन ना करन दी जिहड़ी टेंडेंसी कुंवर विजय प्रताप सिंह दे विच रही है। क्योंकि ये भी समझण वाली गल सी जो कि जिसका हवाला बाकायदगी दे नाल इस हाईकोर्ट दे विच बिल्कुल सही तरीके नाल ते तर्कसंगत ढंग नाल दिता गया है कि जदों उन्हां नूं रोकता गया सी इलैक्शन कमीशन ने उन्हां दा ट्रांसफर बाहर करता सी, उस वक्त भी पंजाब सरकार ने कैप्टन अमरिंदर सिंह सरकार ने उन्हां नूं बेलोड़ी मदद ते बेलोड़ा उत्साह दिता ते उन्हां नूं अपने SIT ते अहुदे तो उस तरीके नाल हटाए जाने की गलबात नहीं की। एक दोबारा इलैक्शन कमीशन ऑफ इंडिया ने अपनी क्लैरिफिकेशन भेजनी पई कि उन्होंने ऑर्डर जिहड़ा पास किया है SIT चो हटाए जाने का, उन्होंने दूर करन दा उसका मतलब की है। तो इसी मॉडल कोड ऑफ कंडक्ट के चलदियां कुंवर विजय प्रताप सिंह ने एक चलान भी फाइल किया। ये उही चलान सी जो कि आधार बनया गुरदीप पंडेर लई। तो इस चलान दे सदका है इस गलती करके ये बहुत ही अहम गलती सी क्योंकि जब तक मॉडल कोड ऑफ कंडक्ट लागू सी इलैक्शन कमीशन ऑफ इंडिया की हिदायतों के मुताबिक कुंवर विजय प्रताप सिंह SIT का काम नहीं सी कर सकते। कोड खत्म होने तो 3 दिन पहला उन्होंने एक चलान पेश करता तकनीकी आधार पर। वो एक गलत चलान सी जिसनों की एक्यूज़ड यानी कि पंडेर ते होर सारे मुलजमां ने चुनौती दी तो यह केस ते कुंवर विजय प्रताप सिंह की सिट जड़ी भंग हुई यानी कि अपने पैर ते कुहाड़ा मारिया, अपना नुकसान खुद किया। एक जिम्मेदार अहुदे ते बैठ के पोस्ट ते बैठ के एक जिम्मेवार अफसर नूं इस किस्म दियां एक्सपैरीमेंटलिज्म या एडवेंचरिज्म जिसनों कहते हैं वो बिल्कुल नहीं सी सोचता। कुंवर विजय प्रताप की एक होर बहुत वड्डी कमी या कमजोरी ये सी कि वो एक टीम मैंबर नहीं सन। कभी भी उन्होंने बतौर एक टीम के मैंबर होकर काम करन दी अहमियत नूं ना तो समझिया, ना ही अपने जिहड़े SIT के होर 4 मैंबर सन उन्होंने नाल तालमेल बिठाने की कोशिश की। शौहरत की भुख कह लो, पब्लिसिटी च रहण की भुख कह लो, मीडिया दे विच लाइमलाइट दे विच रहण की भुख कह लो। लेकिन कुंवर विजय प्रताप सिंह हमेशा तो ही कैसे अफसर के रूप में जाने जाते हैं जो कि अपने अड़ियल रवैये या अपने एरोगेंट एटीट्यूड का सदका तुरते हैं। तो यह जिहड़ा टीम वर्क का ना होना उसनों हाईकोर्ट के इस फैसले के विच एक विशेष आधार बनाया गया। हाईकोर्ट ने हालांकि अपनी हद टप्पी तो इत्थों तक इंसिनुएट करता या इस चीज़ का इशारा तक करता कि SIT के मैंबरों के विच संभावित तौर पर कुछ मतभेद हो सकते हैं क्योंकि प्रेस के कुछ उस वक्त खबरां इस तरीके दियां आईयां सन जो कि किस हवाले लगियां इसकी कोई पुख्ता जानकारी नहीं है। हालांकि इन्होंने मतभेदों की गलबात किसी भी अधिकारिक पद्धर पर उसकी तस्दीक कदे नहीं हो पाई है। लेकिन पंजाब ते हरियाणा हाईकोर्ट की जजमेंट के विच इसका जिक्र भी किया गया। तो कुंवर विजय प्रताप सिंह जिन्हों की बाद एक SIT की सब टीम बन गई सी 2019 के आंदियां या 20 के विच उन्होंने एक सब टीम बन के उन्होंने पूरे इंडिपेंडेंटली काम करना शुरू करता सीगा। उन्होंने अपनी ही सिट के उतले अधिकारियों के नाल तालमेल की घाट या फिर उन्होंने अहमियत ना देना। तो इस तरीके की बहुत सी ग्राउंड फीडबैक अवेलेबल है जिथे कि उन्हों का जिहड़ा
ਘਮੰਡ ਕਹਿ ਲਓ ਜਾਂ ਉਹਨਾਂ ਦੀ ਜਿਹੜੀ ਐਸੀ ਫਿਤਰਤ ਸੀ ਜਿਸ ਵਿੱਚ ਕਿ ਉਹ ਆਪਣੇ ਆਪ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਵੱਧ ਇੰਪੋਰਟੈਂਸ ਦਿੰਦੇ ਸਨ। ਹੋਰ ਲੋਕਾਂ ਜਾਂ ਹੋਰ ਅਫਸਰਾਂ ਦੀ ਸ਼ਮੂਲੀਅਤ ਜਾਂ ਹੋਰ ਐਸੇ ਕੜੀਆਂ ਜਿਨ੍ਹਾਂ ਦੇ ਨਾਲ ਜੁੜ ਕੇ ਉਹ ਇੱਕ ਜ਼ਿਆਦਾ ਬਿਹਤਰ ਟੀਮ ਵਰਕ ਕਰ ਸਕਦੇ ਸਨ। ਬਤੌਰ ਇੱਕ ਟੀਮ ਜਿਸ ਪੂਰੀ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਿਆ ਜਾਂਦਾ ਤਾਂ ਸ਼ਾਇਦ ਇਹਦਾ ਸਿੱਟਾ ਕੁਝ ਹੋਰ ਹੁੰਦਾ, ਲੇਕਿਨ ਕੁੰਵਰ ਵਿਜੇ ਪ੍ਰਤਾਪ ਆਪਣੇ ਕਮਾਂਡ ਜਾਂ ਫਿਰ ਆਪਣੀ ਐਰੋਗੈਂਸ ਜਾਂ ਆਪਣੀ ਏਕਲਾ ਚਲੋ ਵਾਲੀ ਜਿਹੜੀ ਉਹਨਾਂ ਦੀ ਇੱਕ ਰਵਾਇਤ ਹੈਗੀ ਹੈ ਜਾਂ ਉਹਨਾਂ ਦੀ ਇੱਕ ਫਿਤਰਤ ਹੈਗੀ ਹੈ, ਉਸ ਤੋਂ ਨਹੀਂ ਉੱਭਰ ਪਾਏ ਤੇ ਇੱਕ ਮਾੜੇ ਟੀਮ ਵਰਕ, ਮਾੜੇ ਟੀਮ ਜਾਂ ਗਰੁੱਪ ਮੈਂਬਰ ਦੇ ਵਜੋਂ ਕੰਮ ਕਰਦਿਆਂ ਉਹਨਾਂ ਨੂੰ ਇਸ ਸਿੱਟ ਤੋਂ ਕੱਢਤਾ ਗਿਆ। ਕੁੰਵਰ ਵਿਜੇ ਪ੍ਰਤਾਪ ਦੀ ਇੱਕ ਸਭ ਤੋਂ ਅਹਿਮ ਜਿਹੜੀ ਕਮੀ ਜਿਹੜੀ ਹਾਈ ਕੋਰਟ ਨੇ ਫੜੀ ਵੀ ਤੇ ਉਸ ਉੱਤੇ ਸਵਾਲ ਕਿੰਤੂ ਪਰੰਤੂ ਵੀ ਹੋਏ। ਬੇਸ਼ੱਕ ਹਾਈ ਕੋਰਟ ਨੇ ਉਸ ਫੈਸਲੇ ਨੂੰ ਗਲਤ ਨਹੀਂ ਠਹਿਰਾਇਆ ਜੋ ਕਿ ਕੁੰਵਰ ਵਿਜੇ ਪ੍ਰਤਾਪ ਜਾਂ ਪੰਜਾਬ ਸਰਕਾਰ ਨੇ ਲਿਆ। ਉਹ ਇਹ ਸੀ ਵੀ ਕੋਟਕਪੂਰਾ ਚੌਂਕ ਦੀ ਹਿੰਸਾ ਦੀ ਘਟਨਾ ਦੇ ਵਿੱਚ FIR ਨੰਬਰ 192 ਜੋ ਕਿ ਅਕਤੂਬਰ ਦੇ ਵਿੱਚ 14 ਅਕਤੂਬਰ ਨੂੰ ਦਰਜ ਕੀਤੀ ਗਈ ਸੀ 2015 ਦੇ ਵਿੱਚ, ਉਸ ਦੇ ਪੈਰਲਲ ਹੀ ਇੱਕ ਜਾਂਚ ਅਗਸਤ 2019 ਦੇ ਵਿੱਚ ਸ਼ੁਰੂ ਕਰਤੀ ਗਈ ਸੀ ਜਿਸ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਨੇ FIR 129 ਦਰਜ ਕਰਕੇ ਉਸ ਦੇ ਮਾਮਲੇ ਦੀ ਇੱਕ ਪੈਰਲਲ ਜਾਂਚ ਆਰੰਭ ਕੀਤੀ ਸੀ। ਸਵਾਲ ਤੇ ਕਾਨੂੰਨੀ ਹਲਕਿਆਂ ਦੇ ਵਿੱਚ ਇਸ ਉੱਤੇ ਕਿੰਤੂ ਪਰੰਤੂ ਹੁੰਦਾ ਰਿਹਾ ਹੈ ਤੇ ਹਾਈ ਕੋਰਟ ਨੇ ਵੀ ਆਪਣੇ ਇਸ ਫੈਸਲੇ ਵਿੱਚ ਇਸ ਉੱਤੇ ਟਿੱਪਣੀਆਂ ਕੀਤੀਆਂ ਨੇ। FIR ਨੰਬਰ 192 ਤੇ FIR ਨੰਬਰ 129 ਦੀ ਇੱਕ ਪੈਰਲਲ ਇਨਵੈਸਟੀਗੇਸ਼ਨ ਜਿਹੜੀ ਆਰੰਭੀ ਗਈ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ, ਉਹ ਸਵਾਲਾਂ ਦੇ ਘੇਰੇ ਵਿੱਚ ਰਹੀ, ਉਸ ਉੱਤੇ ਟਿੱਪਣੀਆਂ ਹੋਈਆਂ ਤੇ ਮਾਨਯੋਗ ਹਾਈ ਕੋਰਟ ਨੇ ਵੀ ਆਪਣੇ ਆਰਡਰ ਦੇ ਵਿੱਚ ਬਾਕਾਇਦਾ ਇਹ ਦਰਜ ਕੀਤਾ ਵੀ 129 ਨੰਬਰ FIR ਦੀ ਲੋੜ ਕੀ ਸੀ, 192 ਨੂੰ ਕਿਉਂ ਕੰਟੀਨਿਊ ਨਹੀਂ ਸੀ ਕੀਤਾ ਜਾ ਸਕਦਾ। ਬੇਸ਼ੱਕ ਅਦਾਲਤ ਨੇ 192 ਨੰਬਰ FIR ਤੇ ਚੱਲਦਿਆਂ 129 ਨੰਬਰ FIR ਦੇ ਵਿੱਚ ਇੱਕ ਪੈਰਲਲ ਇੱਕ ਹੀ ਮਾਮਲੇ 'ਚ ਦੋ ਪੈਰਲਲ FIRਾਂ ਦੇ ਫੈਸਲੇ ਨੂੰ ਰੱਦ ਨਹੀਂ ਕੀਤਾ, ਲੇਕਿਨ ਇਹ ਸੰਸਾ ਤੇ ਇਹ ਸਵਾਲ ਜ਼ਰੂਰ ਖੜਾ ਕੀਤਾ ਗਿਆ ਕਿ ਆਖਿਰ ਇਹਦੀ ਲੋੜ ਕੀ ਸੀ ਕਿ 192 ਨੰਬਰ FIR ਦੇ ਵਿੱਚ ਹੀ ਤਰਮੀਮਾਂ ਕਰਕੇ ਕਰੈਕਸ਼ਨਸ ਕਰਕੇ ਉਸ ਜਾਂਚ ਨੂੰ ਅੱਗੇ ਨਹੀਂ ਸੀ ਵਧਾਇਆ ਜਾ ਸਕਦਾ। ਕੁਝ ਨਵੇਂ ਫੈਕਟਸ ਜ਼ਰੂਰ ਸਾਹਮਣੇ ਆਏ ਸਨ। ਅਜੀਤ ਸਿੰਘ ਨਾਂ ਦਾ ਇੱਕ ਐਸਾ ਸ਼ਖਸ ਜਿਹਦੇ ਕਿ ਪੱਟ ਵਿੱਚ ਗੋਲੀ ਲੱਗੀ ਸੀ ਕੋਟਕਪੂਰੇ, ਜੋ ਪਹਿਲਾਂ तमाम ਆਪਣੀ ਗੱਲਬਾਤ ਦੇ ਦੌਰਾਨ 2015, 16, 17, 18 ਤੱਕ ਸਾਹਮਣੇ ਨਹੀਂ ਸੀ ਆਇਆ, ਉਸਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਫ ਇਨਕੁਆਇਰੀ ਅੱਗੇ ਆ ਕੇ ਆਪਣਾ ਬਿਆਨ ਦਰਜ ਕਰਾਇਆ, ਜਿਸ ਤੋਂ ਬਾਅਦ ਕਿ FIR ਨੰਬਰ 129 ਦਾ ਸਬਬ ਪੈਦਾ ਹੋਇਆ। ਲੇਕਿਨ ਕਾਨੂੰਨ ਦੇ ਵਿੱਚ ਇਹ ਜਾਂਚ 192 ਦੇ ਤਹਿਤ ਵੀ ਹੋ ਸਕਦੀ ਸੀ ਤੇ 129 ਨੰਬਰ FIR ਦੇ ਵਿੱਚ ਜਿਹੜੇ ਪੁਲਿਸ ਅਫਸਰਾਂ ਦੇ ਜਾਂ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਬਿਆਨ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਸਿੱਟ ਨੇ ਰਿਕਾਰਡ ਕਰਾਏ, ਉਹ ਬਿਆਨ 192 ਨੰਬਰ ਤੇ ਕਮਿਸ਼ਨ ਆਫ ਇਨਕੁਆਇਰੀ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਨਾਲੋਂ ਬਹੁਤ ਹੀ ਸਿਲੈਕਟਿਵ ਤਰੀਕੇ ਨਾਲ ਵੱਖ ਸਨ। ਯਾਨੀ ਕਿ ਕੁਝ ਐਸੀਆਂ ਚੀਜ਼ਾਂ ਉਸ 'ਚੋਂ ਹਟਾਤੀਆਂ ਗਈਆਂ ਜਿਸ ਦਾ ਕਿ ਫਾਇਦਾ ਜਾਂ ਨੁਕਸਾਨ ਇੱਕ ਧਿਰ ਵਿਸ਼ੇਸ਼ ਨੂੰ ਹੁੰਦਾ ਸੀ। ਯਾਨੀ ਕਿ ਇਲਜ਼ਾਮ ਇਹ ਲੱਗਾ ਵੀ ਕੁੰਵਰ ਵਿਜੇ ਪ੍ਰਤਾਪ ਨੇ 129 ਨੰਬਰ FIR ਦੇ ਵਿੱਚ ਐਸੇ ਪੁਲਿਸ ਵਾਲਿਆਂ ਤੋਂ ਦਬਾਅ ਪਾ ਕੇ ਬਿਆਨ ਦਵਾਏ ਜਿਸ ਦਾ ਸਦਕਾ ਪੁਲਿਸ ਵਾਲੇ ਕਟਹਿਰੇ 'ਚ ਖੜੇ ਕਰਤੇ ਗਏ। ਉਹੀ ਪੁਲਿਸ ਵਾਲੇ ਜੋ ਕਿ 192 ਨੰਬਰ FIR ਦੇ ਵਿੱਚ ਸ਼ਿਕਾਇਤ ਕਰਤਾ ਸਨ ਤੇ ਇੱਕ ਜਿਹੜਾ ਪੱਖ ਸੀ ਉਹ ਪੂਰਨ ਦੀ ਕੋਸ਼ਿਸ਼ ਕੀਤੀ ਗਈ। 129 ਨੰਬਰ FIR ਨੂੰ ਇੱਕ ਹਥਿਆਰ ਬਣਾਇਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਜਾਂ ਉਹ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜੋ ਕਿ ਕੋਟਕਪੂਰਾ ਚੌਂਕ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਲੱਗੇ ਹੋਏ ਸਨ। ਉਹਨਾਂ ਦੀ ਜਿਹੜੀ ਕਾਰਵਾਈ ਸੀ ਉਸ ਕਾਰਵਾਈ ਲਈ ਉਹਨਾਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਨੀਅਤ ਦੇ ਨਾਲ 129 ਨੰਬਰ FIR ਦੇ ਵਿੱਚ ਸਿਲੈਕਟਿਵ ਤੇ ਪੱਖਪਾਤਪੂਰਨ ਰਵੱਈਏ ਜਾਂ ਤਰੀਕੇ ਦੇ ਨਾਲ ਉਹ ਬਿਆਨ ਦਰਜ ਕਰਵਾਏ ਗਏ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੂੰ ਸੂਟ ਕਰਦੇ ਸਨ। ਕੁਝ ਹੱਦ ਤੱਕ ਇਹ ਗੱਲ ਸਹੀ ਹੈ ਕਿਉਂਕਿ ਡਿਸਕ੍ਰਿਪੈਂਸੀਜ਼ ਹੈਗੀਆਂ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਜਦੋਂ ਆਪਣੀ ਇਨਕੁਆਇਰੀ ਕੀਤੀ ਸੀ ਤਾਂ ਉਹਨਾਂ ਦੀ ਇਨਕੁਆਇਰੀ ਦੇ ਵਿੱਚ ਦੋਵੇਂ ਪੱਖਾਂ ਨੂੰ ਐਗਜ਼ਾਮਿਨ ਕੀਤਾ ਗਿਆ ਸੀਗਾ, ਲੇਕਿਨ ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਉਹ ਕਾਫੀ ਗੰਭੀਰ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਇੱਕ ਪੱਖ ਨੂੰ ਸੁਣਨ ਦੀ ਗੱਲਬਾਤ ਕੀਤੀ ਗਈ ਹੈ। ਉਹਨਾਂ ਨੇ ਪੁਲਿਸ ਵਾਲਿਆਂ ਦਾ ਪੱਖ ਬਿਲਕੁਲ ਨਹੀਂ ਸੁਣਿਆ। ਉਹ ਪੁਲਿਸ ਵਾਲੇ ਜੋ ਕਿ ਫੱਟੜ ਹੋਏ ਸਨ, ਲਗਭਗ 49 ਦੇ ਕਰੀਬ ਪੁਲਿਸ ਵਾਲੇ ਸਨ ਜਿਨ੍ਹਾਂ 'ਚੋਂ ਕੁਝ ਗੰਭੀਰ ਰੂਪ ਨਾਲ ਫੱਟੜ ਵੀ ਹੋਏ ਸਨ, ਲੇਕਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਹਨਾਂ ਨੂੰ ਬਤੌਰ ਵਿਟਨੈਸ ਬਤੌਰ ਐਗਜ਼ਾਮੀਨੇਸ਼ਨ ਨਹੀਂ ਸ਼ਾਮਲ ਕੀਤਾ ਗਿਆ। ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਸੀ। ਬੇਸ਼ੱਕ ਫਿਰ ਇੱਕ ਦਿਖਾਵੇ ਲਈ ਹੀ ਸਹੀ, ਲੇਕਿਨ ਇਸ ਕਿਸਮ ਦੇ ਜ਼ਿੰਮੇਵਾਰ IPS ਤਜਰਬੇਕਾਰ ਅਫਸਰ ਨੂੰ ਘੱਟੋ ਘੱਟ ਇੰਨੀ ਕੁ ਖਾਣਾ ਪੂਰਤੀ ਕਰਨੀ ਜ਼ਰੂਰੀ ਸੀ ਜਿਸ ਦੇ ਤਹਿਤ ਕਿ ਘੱਟੋ ਘੱਟ ਉਹਨਾਂ ਪੁਲਿਸ ਅਫਸਰਾਂ ਦੇ ਜਾਂ ਉਹ तमाम ਲੋਕਾਂ ਦੇ ਬਿਆਨ ਵੀ ਦਰਜ ਕਰ ਲਏ ਜਾਂਦੇ ਜੋ ਕਿ ਇੱਕ ਵੱਖਰੀ ਕਹਾਣੀ ਕਹਿਣਾ ਚਾਹ ਰਹੇ ਸਨ। ਤੇ ਜਦੋਂ ਬਿਆਨ ਦਰਜ ਕਰਾਏ ਗਏ ਐਸੇ ਬਹੁਤ ਸੇ ਹੈੱਡ ਕਾਂਸਟੇਬਲਾਂ ਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਜ਼ਿਕਰ ਤੱਕ ਇਸ ਜੱਜਮੈਂਟ ਵਿੱਚ ਕੀਤਾ ਗਿਆ ਜਿਨ੍ਹਾਂ ਦੀ ਜਿਹੜੇ ਬਿਆਨ ਸਨ 192 ਨੰਬਰ FIR 2015 ਦੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਆਫ ਇਨਕੁਆਇਰੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਿੱਟ, ਇਹਨਾਂ ਤਿੰਨਾਂ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਦੇ ਵਿੱਚ ਕਾਫੀ ਫਰਕ ਸੀ। ਇੱਕ ਕਮਜ਼ੋਰ ਕੜੀ ਸੀ ਜਿਸ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਨੂੰ ਝਟਕਾ ਵੱਜਿਆ। ਇੱਕ ਹੋਰ ਅਹਿਮ ਜਿਹੜੀ ਕਮੀ, ਕਮਜ਼ੋਰੀ ਕਹਿ ਲਈਏ ਜਾਂ ਫਿਰ ਆਪਾਂ ਅਣਗਹਿਲੀ ਕਹਿ ਲਈਏ, ਇਹਨੂੰ ਜੇ ਬਦਨੀਅਤੀ ਦੇ ਪੱਖੋਂ ਐਗਜ਼ਾਮਿਨ ਕਰਨਾ ਕੋਈ ਚਾਹੇ ਤਾਂ ਕਰ ਸਕਦਾ ਹੈ। ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਫਤੀਸ਼ ਵਿੱਚ ਇਹ ਸੀ ਕਿ ਉਹਨਾਂ ਨੇ ਅਫਸਰਾਂ ਨੂੰ ਡਰਾਇਆ, ਧਮਕਾਇਆ ਤੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਕਹਿ ਰਿਹਾ ਹੈ।
ਉਹਦੀ ਸਭ ਤੋਂ ਵੱਡੀ ਮਿਸਾਲ ਸੀ ਗੁਰਦੀਪ ਪੰਡੇਰ। ਮੇਰੀ ਤੇ ਵਿਸ਼ਵਸਤ ਸੂਤਰਾਂ ਦੀ ਜਿਹੜੀ ਜਾਣਕਾਰੀ ਹੈ, ਪੂਰੇ ਪੰਜਾਬ ਪੁਲਿਸ ਦੇ ਵਿੱਚ ਕੋਟਕਪੂਰਾ ਚੌਂਕ ਦੀ ਉਸ ਘਟਨਾ ਜਾਂ ਬਹਿਬਲ ਕਲਾਂ ਦੇ ਪੂਰੇ ਘਟਨਾਕ੍ਰਮ ਦੇ ਬਾਰੇ ਸਭ ਤੋਂ ਜ਼ਿਆਦਾ ਅਹਿਮ ਸਪੋਰਟ ਜਾਂ ਜਿਹੜੀ ਮਦਦ ਕਿਸੇ ਅਫਸਰ ਨੇ ਜਾਂ ਕਿਸੇ ਪੁਲਿਸ ਕਰਮਚਾਰੀ ਨੇ ਜਾਂਚ ਕਮਿਸ਼ਨ ਰਣਜੀਤ ਸਿੰਘ ਆਯੋਗ ਦੀ ਜਾਂ ਫਿਰ ਉਸ ਤੋਂ ਪਹਿਲਾਂ ਦੀ ਤਫਤੀਸ਼ੀ ਏਜੰਸੀਆਂ ਦੀ ਕੀਤੀ ਸੀ ਜਾਂ ਕਦੇ ਵੀ ਕੀਤੀ, ਉਹ ਸੀ ਗੁਰਦੀਪ ਪੰਡੇਰ। ਲੇਕਿਨ ਕੀ ਕਾਰਨ ਸੀ ਵੀ ਗੁਰਦੀਪ ਪੰਡੇਰ ਨੂੰ ਇੰਨੀ ਜਾਂਚ ਪੜਤਾਲ ਦੇ ਵਿੱਚ ਮਦਦ ਦੇਣ ਦੇ ਬਾਅਦ ਵੀ ਇੱਕ ਅਕਿਊਜ਼ਡ ਬਣਾ ਲਿਆ ਗਿਆ ਤੇ ਉਸ ਉੱਤੇ ਲਗਾਤਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਦਬਾਅ ਬਣਾਉਂਦੇ ਰਹੇ ਕਿ ਤੂੰ ਮੇਰੇ ਲਈ ਅਪਰੂਵਰ ਟਰਨ ਕਰ। ਯਾਨੀ ਕਿ ਅਪਰੂਵਰ ਦਾ ਮਤਲਬ ਹੁੰਦਾ ਹੈ ਇੱਕ ਵਾਅਦਾ ਮਾਫ ਜਿਹੜੇ ਗਵਾਹ ਹੈ ਤੁਸੀਂ ਬਣ ਜਾਓ ਤੇ ਬਤੌਰ ਇੱਕ ਪੁਲਿਸ ਅਫਸਰ ਜੋ ਕਿ ਥਾਣਾ ਕੋਟਕਪੂਰਾ ਦਾ SHO ਸੀ, ਉਹ ਸਾਰੀਆਂ ਗੱਲਾਂ ਬਾਤਾਂ ਆਪਣੇ ਅਫਸਰਾਂ ਦੇ ਖਿਲਾਫ ਬੋਲੋ, ਵਾਅਦਾ ਮਾਫ ਗਵਾਹ ਬਣ ਕੇ। ਉਹ ਅਪਰੂਵਰ ਬਣਾਉਣ ਲਈ ਗੁਰਦੀਪ ਪੰਡੇਰ ਉੱਤੇ ਜਿਸ ਤਰੀਕੇ ਦਾ ਦਬਾਅ ਬਣਾਇਆ ਗਿਆ, ਉਸ ਤੋਂ ਤੰਗ ਆ ਕੇ ਗੁਰਦੀਪ ਪੰਡੇਰ ਹੋਣਾ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਘਸੀਟਿਆ। ਇਸ ਚੀਜ਼ ਉੱਤੇ ਕੋਈ ਸਵਾਲ ਨਹੀਂ ਉੱਠ ਸਕਦੇ ਜਾਂ ਇਸ ਚੀਜ਼ ਉੱਤੇ ਕੋਈ ਸਰਪ੍ਰਾਈਜ਼ ਨਹੀਂ ਹੋਏਗਾ ਵੀ ਗੁਰਦੀਪ ਪੰਡੇਰ ਨੂੰ ਉਹਦੇ ਪਿੱਛੇ ਚਰਨਜੀਤ ਸ਼ਰਮਾ ਤੋਂ ਲੈ ਕੇ तमाम ਵੱਡੇ ਪੁਲਿਸ ਅਫਸਰਾਂ ਦੀ ਸਪੋਰਟ ਰਹੀ ਹੋ ਸਕਦੀ ਹੈ ਤੇ ਮਿਲੀ ਵੀ ਜ਼ਰੂਰ ਹੋਏਗੀ, ਕਿਉਂਕਿ ਥਾਪੜਾ ਗੁਰਦੀਪ ਪੰਡੇਰ ਨੂੰ ਦਿੱਤਾ ਜਾ ਰਿਹਾ ਸੀਗਾ। ਹੋਰ ਜ਼ਿਆਦਾਤਰ ਪਟੀਸ਼ਨਾਂ ਇਸ ਮਾਮਲੇ ਦੇ ਵਿੱਚ ਜਸਟਿਸ ਰਾਜਨ ਗੁਪਤਾ ਦੇ ਫੈਸਲੇ ਵਿੱਚ 2019 ਦੇ ਜਨਵਰੀ 2019 25 ਜਨਵਰੀ 2019 ਦੇ ਫੈਸਲੇ ਦੌਰਾਨ ਹੀ ਡਿਸਮਿਸ ਕੀਤੀਆਂ ਗਈਆਂ ਜਾ ਚੁੱਕੀਆਂ ਸਨ। ਉਸ ਹਾਲਾਤ ਦੇ ਵਿੱਚ ਗੁਰਦੀਪ ਪੰਡੇਰ ਦੀ ਇਹ ਜਿਹੜੀ ਪਟੀਸ਼ਨ ਅਲਾਈਵ ਸੀ, ਜਿਸ ਦੇ ਬਲਬੂਤੇ ਉੱਤੇ ਅੱਜ ਬਹੁਤ ਵੱਡੇ ਇੱਕ ਮੁਲਜ਼ਮ ਵਰਗ ਨੂੰ ਐਡਾ ਵੱਡਾ ਫਾਇਦਾ ਮਿਲਿਆ। ਸੋ ਕੀ ਕਾਰਨ ਸੀ ਵੀ ਪੁਲਿਸ ਦੇ ਨਾਲ ਕਾਫੀ ਹੱਦ ਤੱਕ ਜਾਂਚ ਦੇ ਵਿੱਚ ਸਹਿਯੋਗ ਕਰਨ ਵਾਲੇ ਗੁਰਦੀਪ ਪੰਡੇਰ ਨੂੰ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਟਾਰਗੇਟ ਕਰਦੇ ਰਹੇ ਤੇ ਇਹ ਇਲਜ਼ਾਮ ਹੋਰ ਵੀ ਲੱਗਦੇ ਰਹੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੰਮ ਕਰਨ ਦਾ ਤਰੀਕਾ ਦਬਾਅ ਬਣਾ ਕੇ ਸਿਲੈਕਟਿਵ ਵਿਟਨੈਸਿਸ ਇਕੱਠੇ ਕਰਕੇ ਇੱਕ ਵਿਸ਼ੇਸ਼ ਪੱਖ ਵਿਸ਼ੇਸ਼ ਦੇ ਧਿਆਨ ਜਾਂ ਨਜ਼ਰੀਏ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਪੜਤਾਲ ਨੂੰ ਹੀ ਅੱਗੇ ਵਧਾਉਣਾ ਹੈ, ਨਾ ਕਿ ਇੱਕ ਫ੍ਰੀ ਐਂਡ ਫੇਅਰ ਜਾਂਚ ਨੂੰ ਕਰਨਾ। ਕੁੰਵਰ ਵਿਜੇ ਪ੍ਰਤਾਪ ਦੀ ਪੜਤਾਲ ਦੇ ਵਿੱਚ ਇੱਕ ਹੋਰ ਕਮਜ਼ੋਰ ਕੜੀ ਸੀ ਅਕਸ਼ੇ ਕੁਮਾਰ, ਸੁਖਬੀਰ ਬਾਦਲ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਇੱਕ ਕਥਿਤ ਮੀਟਿੰਗ, ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹੈ। ਲੇਕਿਨ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਅਜਿਹੀ ਜਿਹੜੇ ਪੈਰਲਲਿਜ਼ਮ ਉਹਨਾਂ ਨੇ ਡਰਾ ਕੀਤੇ ਜਾਂ ਆ ਜਿਹੜੀਆਂ ਥਿਉਰੀਆਂ ਸਨ, ਇਹ ਕੇਸ ਦੀ ਤਫਤੀਸ਼ ਪੱਖੋਂ, ਯਾਨੀ ਕਿ ਉਸ ਕੇਸ ਦੀ ਤਫਤੀਸ਼ ਪੱਖੋਂ ਜਿਸ ਦੀ ਜਾਂਚ ਉਹ ਕਰ ਰਹੇ ਸਨ, ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਦੇ ਪੱਖੋਂ ਕਿਵੇਂ ਮੈਟੀਰੀਅਲ ਐਵੀਡੈਂਸ ਹੋ ਸਕਦੇ ਸਨ। ਦਰਸ਼ਕਾਂ ਨੂੰ ਦੱਸ ਦਈਏ ਵੀ ਆ ਜਿਹੜੀ ਮੀਟਿੰਗ ਹੈਗੀ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਗੁਰਮੀਤ ਰਾਮ ਰਹੀਮ ਦੀ ਮੈਸੇਂਜਰ 2 ਫਿਲਮ ਦੇ ਰਿਲੀਜ਼ ਹੋਣਾ ਸੀ, ਉਸ ਦੇ ਵਿੱਚ ਸੁਖਬੀਰ ਬਾਦਲ ਦੇ ਕੋਈ ਹਿੱਸੇਦਾਰੀ ਪਾਈ। ਹਰਬੰਸ ਜਿਹੜਾ ਜਲਾਲ ਨਾਂ ਦਾ ਇੱਕ ਸਾਬਕਾ MLA ਸੀ, ਉਸਨੇ ਕੁਝ ਗੱਲਾਂ ਬਾਤਾਂ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਕਹੀਆਂ, ਜੋ ਕਿ ਕਈਆਂ ਸੁਣੀਆਂ ਗੱਲਾਂ ਸਨ। ਕਮਿਸ਼ਨ ਨੇ ਖੁਦ ਵੀ ਉਹਨਾਂ ਗੱਲਾਂ ਬਾਤਾਂ ਨੂੰ ਰੱਦ ਕਰਤਾ ਸੀ। ਉਸ ਚੀਜ਼ ਨੂੰ ਐਡਾ ਵੱਡਾ ਆਧਾਰ ਬਣਾ ਕੇ ਕੁੰਵਰ ਵਿਜੇ ਪ੍ਰਤਾਪ ਨੇ ਅਕਸ਼ੇ ਕੁਮਾਰ ਤੱਕ ਨੂੰ ਬੰਬੇ ਤੋਂ ਜਾਂਚ ਪੜਤਾਲ ਲਈ ਸੱਦ ਲਿਆ। ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਸਾਰੀਆਂ ਗੱਲਾਂ ਬਾਤਾਂ ਕਿੱਥੇ ਨੇ, ਅੱਜ ਤੱਕ ਜਿੰਨੇ ਵੀ ਤੁਹਾਡੇ 8-9 ਚਲਾਨ ਪੇਸ਼ ਹੋਏ ਨੇ, ਉਹਨਾਂ 'ਚ ਇਹਨਾਂ ਦਾ ਕੋਈ ਬਖਾਨ ਕਿਉਂ ਨਹੀਂ ਆਇਆ। ਤੇ ਆਖਿਰ ਅਦਾਲਤ ਨੇ ਸਵਾਲ ਪੁੱਛਿਆ ਜਾਂ ਨਹੀਂ ਪੁੱਛਿਆ, ਇਹ ਸਮਝਣਾ ਮੈਂ ਵੀ ਚਾਹੁੰਦਾ ਵੀ ਇਸ ਮੀਟਿੰਗ, ਉਸ ਫਿਲਮ ਦਾ ਰਿਲੀਜ਼ ਹੋਣਾ, ਡੇਰੇ ਨੂੰ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ, ਇਹਨਾਂ ਦੇ ਕੀ ਕਨੈਕਸ਼ਨ ਜੁੜਦੇ ਸਨ ਕੋਟਕਪੂਰਾ ਦੀ ਘਟਨਾ ਦੇ ਨਾਲ। ਤੇ ਜੇ ਜੁੜਦੇ ਵੀ ਸਨ ਜਾਂ ਉਸ ਨੂੰ ਇੱਕ ਲੜੀ ਦੇ ਰੂਪ ਵਿੱਚ ਦੇਖਿਆ ਵੀ ਜਾ ਸਕਦਾ, ਤਾਂ ਅਪਰਾਧੀਆਂ ਦੇ ਅਪਰਾਧ ਨੂੰ, ਉਹਨਾਂ ਦੀ ਜਿਹੜੀ ਕੈਪੇਬਿਲਿਟੀ ਹੈ, ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਗੁਨਾਹ ਹੈ, ਖਾਸ ਕਰਕੇ ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਦੇ ਪੱਖੋਂ ਆਪਾਂ ਸਮਝ ਲਈਏ ਫਾਇਰਿੰਗ ਤੇ ਹਿੰਸਾ ਦੇ ਉਹ ਮਾਮਲੇ ਹੈਗੇ ਨੇ ਜਿਨ੍ਹਾਂ ਦਾ ਬੇਅਦਬੀ ਦੇ ਨਾਲ ਡਾਇਰੈਕਟ ਕੋਈ ਤਾਲੁਕ ਨਹੀਂ ਹੈ। ਤੇ ਜਦੋਂ ਤਫਤੀਸ਼ ਇਹਨਾਂ ਫਾਇਰਿੰਗ ਤੇ ਵਾਇਲੈਂਸ ਦੇ ਇਨਸੀਡੈਂਟਸ ਦੀ ਹੋ ਰਹੀ ਹੈ, ਉਸ ਹਾਲਾਤ ਦੇ ਵਿੱਚ ਉਹ ਮਾਮਲੇ ਜਿਹੜੇ ਕਿ ਕਿਤੇ ਨਾ ਕਿਤੇ ਬੇਅਦਬੀ ਨਾਲ ਜੁੜੇ ਹੋ ਸਕਦੇ ਨੇ, ਫਿਲਮ ਦਾ ਰਿਲੀਜ਼, ਪੋਸਟਰਾਂ ਦਾ ਲੱਗਣਾ, ਬੇਅਦਬੀਆਂ ਦੀ ਘਟਨਾਵਾਂ, ਉਹਨਾਂ ਦੀ ਤਾਂ ਜਾਂਚ ਹੀ SIT ਕੋਲ ਨਹੀਂ ਸੀ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਸਾਰੇ ਸ਼ਗੂਫੇ ਕਰਕੇ ਅਕਸ਼ੇ ਕੁਮਾਰ ਨੂੰ ਬੁਲਾ ਕੇ ਬਾਦਲਾਂ ਨੂੰ ਵਿੱਚ ਇਨਵੋਲਵ ਕਰਕੇ ਸਾਬਤ ਤੇ ਸਥਾਪਿਤ ਕੀ ਕਰਨਾ ਚਾਹੁੰਦੇ ਸਨ, ਤੇ ਕੋਟਕਪੂਰਾ ਦੀ ਫਾਇਰਿੰਗ ਦੇ ਨਾਲ ਉਹ ਪੂਰਾ ਮਾਮਲਾ ਜਾਂ ਕੋਟਕਪੂਰਾ ਦੀ ਹਿੰਸਾ ਦੇ ਨਾਲ ਉਹ ਪੂਰਾ ਮਾਮਲਾ ਕਿਵੇਂ ਜੁੜਦਾ, ਜੇ ਜੁੜ ਵੀ ਜਾਂਦਾ ਤਾਂ ਕਿਵੇਂ ਜੁੜਦਾ। ਇਹ ਸੰਭਵ ਸੀ ਕਿ ਰਣਬੀਰ ਸਿੰਘ ਖੱਟੜਾ ਹੋਣਾ ਦੀ ਸਿੱਟ, ਜੋ ਕਿ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ, ਉਹ ਇਸ ਥਿਉਰੀ ਤੇ ਕੰਮ ਕਰਦੀ ਤਾਂ ਉਹ ਸਮਝ ਵੀ ਚਾਹੁੰਦਾ। ਉਹ ਥਿਉਰੀ ਤੇ ਕੰਮ ਕਰ ਨਹੀਂ ਪਾਈ ਕਿਉਂਕਿ ਮਾਮਲਾ CBI ਕੋਲ ਸੀ। ਸੋ CBI ਜਾਂ ਰਣਵੀਰ ਖੱਟੜਾ ਇਹਨਾਂ ਜਿਹੜੇ ਪੱਖਾਂ ਨੂੰ ਜਾਂਚਦਾ, ਵਾਚਦਾ, ਘੋਖਦਾ, ਇਹ ਸਮਝ ਵੀ ਚਾਹੁੰਦਾ ਸੀ। ਲੇਕਿਨ ਕੁੰਵਰ ਵਿਜੇ ਪ੍ਰਤਾਪ ਸਿੰਘ, ਅਕਸ਼ੇ ਕੁਮਾਰ, ਸੁਖਬੀਰ ਬਾਦਲ ਤੇ ਗੁਰਮੀਤ ਰਾਮ ਰਹੀਮ, ਉਹਨਾਂ ਦੀ ਮੀਟਿੰਗਾਂ, ਉਹਨਾਂ ਦੀ ਫਿਲਮ ਰਿਲੀਜ਼, ਉਹਨਾਂ ਦੇ ਪੋਸਟਰ ਲੱਗਣਾ, ਬੇਅਦਬੀ ਦੀ ਘਟਨਾਵਾਂ ਦੇ ਵਿੱਚ ਕਿਉਂ ਆਪਣੀ ਟੰਗ ਅੜਾ ਰਹੇ ਸਨ, ਇਹ ਸਮਝ ਵਿੱਚ ਨਹੀਂ ਹੈ। ਤੇ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ। ਇਹ ਬਿਲਕੁਲ ਇੱਕ ਤਰਕਸੰਗਤ ਗੱਲ ਹੈ। ਸਵਾਲ ਹੀ ਖੜਾ ਹੁੰਦਾ ਹੈ ਵੀ ਜੇ ਉਹ ਮੀਟਿੰਗਾਂ ਸਥਾਪਿਤ ਹੋ ਵੀ ਜਾਂਦੀਆਂ ਸਨ, ਜੇ ਇਹ ਸਥਾਪਿਤ ਵੀ ਹੋ ਜਾਂਦਾ ਵੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਇੱਕ ਲਾਮਬੰਦੀ ਹੋਈ, ਇੱਕ ਜਿਹੜੀ ਡੇਰੇ ਨੂੰ ਮਾਫੀ ਦਿੱਤੀ ਗਈ, ਉਹਦੇ ਪਿੱਛੇ ਇੱਕ ਸਾਜ਼ਿਸ਼ ਸੀ, ਇੱਕ ਪੂਰਾ ਮਨੋਰਥ ਸੀ, ਤਾਂ ਵੀ ਉਹ ਕੋਟਕਪੂਰੇ ਦੀ ਘਟਨਾ ਦੇ ਨਾਲ ਲਿੰਕ ਨਹੀਂ ਸੀ ਹੋ ਸਕਦੀ, ਜਾਂ ਬਹਿਬਲ ਕਲਾਂ ਦੀ ਫਾਇਰਿੰਗ ਦੇ ਨਾਲ ਉਸ ਨੂੰ ਜੋੜ ਕੇ ਰਿਮੋਟਲੀ ਵੀ ਨਹੀਂ ਸੀ ਵੇਖਿਆ ਜਾ ਸਕਦਾ।
ਉਸ ਹਾਲਾਤ ਦੇ ਵਿੱਚ ਸਿਰਫ ਇੱਕ ਕਹਾਣੀ ਬਣਾਉਣ ਲਈ ਜਾਂ ਇੱਕ ਚੰਗੀ ਸਕ੍ਰਿਪਟ ਜਾਂ ਇੱਕ ਮਜ਼ੇਦਾਰ ਮਸਾਲਾ ਮੀਡੀਆ ਨੂੰ ਦੇਣ ਲਈ, ਵਾਹਵਾਹੀ ਬਟੋਰਨ ਲਈ, ਜਾਂ ਫਿਰ ਪੋਲੀਟੀਕਲ ਸਟੰਟ ਜਾਂ ਪੋਲੀਟੀਕਲ ਆਪਣੀ ਐਸਪੀਰੇਸ਼ਨਸ ਨੂੰ ਪੂਰਾ ਕਰਨ ਤੋਂ ਇਲਾਵਾ ਜਾਂ ਉਸ ਤੋਂ ਵੱਧ ਕੀ ਮਕਸਦ ਹੋ ਸਕਦਾ ਹੈ ਇਸ ਕਿਸਮ ਦੇ ਬੇਤੁਕੇ ਮਾਮਲਿਆਂ ਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਕਰਨ ਦਾ? ਜਿਹੜੀ ਜਾਂਚ ਉਹਨਾਂ ਕੋਲ ਸੀ ਕਨੀਕੋਟ ਕਪੂਰਾ ਦੀ ਹਿੰਸਾ ਦੀ ਤੇ ਬਹਿਬਲ ਕਲਾਂ ਦੀ ਫਾਇਰਿੰਗ ਦੀ, ਉਸ ਵਿੱਚ ਉਹ ਕੁਝ ਜ਼ਿਆਦਾ ਨਹੀਂ ਕਰ ਪਾਏ ਤੇ ਉਸ ਵਿੱਚ ਅਦਾਲਤ ਨੇ ਇੱਥੋਂ ਤੱਕ ਕਹਿਤਾ ਵੀ ਉਹ ਤਾਂ ਆਪਣੇ ਵਿਟਨੈਸਿਸ ਨੂੰ ਵੀ ਐਗਜ਼ਾਮਿਨ ਨਹੀਂ ਕਰ ਪਾਏ, ਤਾਂ ਉਹ ਅਕਸ਼ੇ ਕੁਮਾਰ ਨੂੰ ਬੁਲਾ ਕੇ ਕੀ ਪਾਲਦੇ ਫਿਰਦੇ ਸਨ। ਇੱਕ ਅਹਿਮ ਪੱਖ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਵੀ ਸਾਹਮਣੇ ਆਉਂਦਾ ਹੈ ਉਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਦੀ ਸਰਕਾਰ ਨੂੰ ਸਿਆਸੀ ਫਾਇਦਾ ਪਹੁੰਚਾਉਣ ਦੇ ਮਨੋਰਥ ਨਾਲ ਇਹ ਪੂਰੀ ਇਨਵੈਸਟੀਗੇਸ਼ਨ ਨੂੰ ਇੱਕ ਖਾਸ ਦਿਸ਼ਾ ਵੱਲ ਲੈ ਕੇ ਜਾ ਰਹੇ ਸਨ, ਤੱਕ ਰਹੇ ਸਨ। ਕੁਝ ਹੱਦ ਤੱਕ ਇਹ ਗੱਲਾਂ ਬਾਤਾਂ ਜਾਂ ਜੋ ਵੀ ਤੱਥ ਉਭਾਰੇ ਗਏ ਨੇ ਜਾਂ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ ਉਹ ਸਹੀ ਵੀ ਨਜ਼ਰ ਵਿੱਚ ਆਉਂਦੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਮੌਕਿਆਂ ਦੇ ਉੱਤੇ ਕੁਝ ਜੁਡੀਸ਼ੀਅਲ ਅਫਸਰਾਂ ਤੱਕ ਤੇ ਵੀ ਇੱਕ ਟਿੱਪਣੀ ਕਰਤੀ, ਉਹਨਾਂ ਨੂੰ ਕਿਸੇ ਪਾਰਟਿਕੂਲਰ ਬੈਂਚ 'ਚੋਂ ਹਟਾਏ ਜਾਣ ਸੰਬੰਧੀ ਵੀ ਇੱਕ ਚਿੱਠੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੀਜੀਐਮ ਫਰੀਦਕੋਟ ਦੇ ਸੰਦਰਭ ਵਿੱਚ ਲਿਖੀ ਸੀ, ਜਿਸ ਦੀ ਕਿ ਬਹੁਤ ਮੀਡੀਆ ਵਿੱਚ ਚਰਚਾ ਹੋਈ ਸੀ। ਇੱਕ ਸੀਜੀਐਮ ਨੂੰ ਵਾਪਸ ਸੱਦਣ ਦੀ ਗੱਲਬਾਤ ਜਾਂ ਡਿਮਾਂਡ ਕੀਤੀ ਗਈ ਸੀ ਕਿਉਂਕਿ ਉਸ ਪਾਰਟਿਕੂਲਰ ਜੱਜ ਦੀ ਇੱਕ ਦੂਰ ਦੀ ਰਿਮੋਟ ਰਿਸ਼ਤੇਦਾਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲੱਭਦੀ ਸੀ। ਇਸ ਚੀਜ਼ ਨੂੰ ਹਾਈ ਕੋਰਟ ਨੇ ਬਾਕਾਇਦਾ ਦਰਜ ਵੀ ਕੀਤਾ, ਰਿਕਾਰਡ ਵੀ ਕੀਤਾ ਤੇ ਆਬਜ਼ਰਵ ਵੀ ਕੀਤਾ ਹੈ ਤੇ ਸ਼ਾਇਦ ਕਾਫੀ ਹੱਦ ਤੱਕ ਇਹ ਚੀਜ਼ ਤਰਕ ਸੰਗਤ ਹੈ ਕਿਉਂਕਿ ਇਹ ਸਾਰੀ ਗੱਲਾਂ ਬਾਤਾਂ ਦਾ ਬਖਾਨ ਜਾਂ ਬਾਦਲਾਂ ਨੂੰ ਜਾਂ ਬਾਦਲਾਂ ਦਾ ਇੱਕ ਹਊਆ ਐਸਾ ਕ੍ਰੀਏਟ ਕਰ ਦੇਣਾ, ਜੱਜਾਂ ਦੇ ਉੱਤੇ ਉਂਗਲੀ ਚੱਕਣਾ, ਉਹਨਾਂ ਦੀ ਬਾਦਲਾਂ ਦੇ ਨਾਲ ਰਿਸ਼ਤੇਦਾਰੀ ਦੇ ਉੱਤੇ ਉਂਗਲੀ ਚੱਕਣਾ, ਉਹ तमाम ਗੱਲਾਂ ਬਾਤਾਂ ਨਾਲ ਕੀ ਮਨੋਰਥ ਅਚੀਵ ਕਰਨਾ ਚਾਹ ਰਹੇ ਸਨ। ਤੇ ਜੇ ਫਿਰ ਉਹ ਵਾਕਈ ਐਡੀ ਵੱਡੀਆਂ ਗੱਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੀਆਂ ਤਾਂ ਉਹਨਾਂ ਨੂੰ ਲੌਜੀਕਲ ਉਹਦੇ ਕਨਕਲੂਜਨ ਤੱਕ ਯਾਨੀ ਕਿ ਨਤੀਜੇ ਤੱਕ, ਸਿੱਟੇ ਤੱਕ ਕਿਉਂ ਨਹੀਂ ਲਗਾਏ? ਇਹ ਸਵਾਲ ਅਦਾਲਤ ਨੇ ਕੀਤਾ ਵੀ ਜੇ ਤੁਸੀਂ ਜੱਜਾਂ ਦੇ ਨਾਂ ਲੈ ਕੇ ਉਹਨਾਂ ਦੇ ਬਾਦਲਾਂ ਦੇ ਨਾਲ ਸੰਬੰਧਾਂ ਦਾ ਹਵਾਲਾ ਤੱਕ ਦਿੱਤਾ, ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਪਰਸੂ ਕਿਉਂ ਨਹੀਂ ਕੀਤਾ ਗਿਆ, ਉਹਨਾਂ ਨੂੰ ਐਂਡ ਤੱਕ ਲਗਾਏ ਕਿਉਂ ਨਹੀਂ? ਸੋ ਇਹ ਸਵਾਲ ਖੜੇ ਹੁੰਦੇ ਨੇ ਵੀ ਇੱਕ ਤਜਰਬੇਕਾਰ, ਆਪਣੇ ਆਪ ਨੂੰ ਇੱਕ ਬਹੁਤ ਵੱਡਾ, ਇੱਕ ਚੰਗਾ, ਇਮਾਨਦਾਰ ਕਹਿਣ ਵਾਲਾ ਆਈਪੀਐਸ ਅਫਸਰ ਕੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਕਿਸਮ ਦੀ ਆਪਾਂ ਕਹਿ ਸਕਦੇ ਵੀ ਇੱਕ ਬਚਕਾਨੀ ਚੀਜ਼ਾਂ ਜਾਂ ਫਿਰ ਬਚਪਨੇ ਵਾਲੀਆਂ ਗੱਲਾਂ ਕਰੇਗਾ? ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਮੈਂ ਜ਼ਿਕਰ ਕਰ ਰਿਹਾ ਇਹ ਕਈਆਂ ਸੁਣੀਆਂ ਗੱਲਾਂ ਨਹੀਂ ਬਲਕਿ ਉਸ ਫੈਸਲੇ ਦੇ ਵਿੱਚ ਦਰਜ ਟਿੱਪਣੀਆਂ ਨੇ ਤੇ ਉਹ ਕਮਜ਼ੋਰ ਕੜੀਆਂ ਨੇ ਜਿਸ ਦਾ ਸਦਕਾ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਬਾਹਰ ਬੈਠੇ ਨੇ ਤੇ ਬੇਅਦਬੀ ਤੇ ਗੋਲੀकांड ਦੇ ਨਾਲ ਜੁੜੇ ਹੋਏ ਸਾਰੇ ਮਾਮਲਿਆਂ ਦਾ ਭਵਿੱਖ ਹਮੇਸ਼ਾ ਲਈ ਖਤਰੇ ਵਿੱਚ ਪਾ ਗਏ ਨੇ। ਸੋ ਕੁੱਲ ਮਿਲਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਵੱਲੋਂ ਬੜਬੋਲਾਪਨ, ਉਹਨਾਂ ਦਾ ਕਮਾਂਡ ਜਾਂ ਫਿਰ ਉਹਨਾਂ ਦੀ ਮੀਡੀਆ ਦੇ ਵਿੱਚ ਖਬਰਾਂ ਦੇ ਵਿੱਚ ਛਾਏ ਰਹਿਣ ਦੀ ਜਿਹੜੀ ਫਿਤਰਤ ਹੈ ਉਹ ਇੱਕ ਐਸਾ ਸਬਬ ਪ੍ਰਦਾਨ ਕੀਤਾ ਉਸਨੇ। ਕਿਤੇ ਨਾ ਕਿਤੇ ਐਸੀਆਂ ਗਲਤੀਆਂ ਕੁੰਵਰ ਵਿਜੇ ਪ੍ਰਤਾਪ ਤੋਂ ਹੋਈਆਂ। ਇਹ ਮੰਨਿਆ ਨਹੀਂ ਜਾ ਸਕਦਾ ਵੀ ਇੱਕ ਆਈਜੀ ਪੱਧਰ ਦਾ ਅਧਿਕਾਰੀ, ਤਜਰਬੇਕਾਰ ਅਧਿਕਾਰੀ, ਕਿਉਂਕਿ ਮੈਂ ਬਹੁਤ ਸੇ ਐਸੇ ਤਫਤੀਸ਼ਾਂ ਦਾ ਹਵਾਲਾ ਦੇ ਸਕਦਾ ਤੇ ਦਾਂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਦੇ ਵਿੱਚ ਕੀ ਸਾਫ਼ ਤੇ ਸਾਬਤ ਹੋ ਜਾਏਗਾ ਕਿ ਜਿਹੜਾ ਨਿਰੋਲ ਤਫਤੀਸ਼ ਕਰਨ ਵਾਲਾ ਇੱਕ ਜੈਨੂਇਨ ਪੁਲਿਸ ਅਧਿਕਾਰੀ ਜਾਂ ਇਨਵੈਸਟੀਗੇਟਰ ਹੁੰਦਾ ਉਹ ਆਪਣੇ ਕੰਮ ਨਾਲ ਮਤਲਬ ਰੱਖਦਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਦਾ ਤੇ ਉਹ ਖੁਦ ਟੀਵੀ ਦੇ ਮੂਹਰੇ ਕੈਮਰੇ ਮਾਈਕਾਂ ਦੇ ਜ਼ਰੀਏ ਜਾਂ ਫਿਰ ਰੋਸ਼ਨੀਆਂ, ਸਟੂਡੀਓ ਦੀ ਰੋਸ਼ਨੀਆਂ ਦੇ ਵਿੱਚ ਬੈਠ ਕੇ ਨਹੀਂ ਬੋਲਦਾ, ਉਸ ਦਾ ਕੰਮ ਬੋਲਦਾ ਹੈ। ਉਸ ਦੇ ਲਿਖੀ ਹੋਈ ਜ਼ਿਮਣੀਆਂ, ਉਸ ਦੀ ਫਾਈਲ ਕੀਤਾ ਹੋਇਆ ਚਲਾਨ, ਉਸ ਦੇ ਪੇਸ਼ ਕੀਤੇ ਹੋਏ ਕਾਗਜ਼ਾਤ, ਐਵੀਡੈਂਸ ਤੇ ਵਿਟਨੈਸਿਸ, ਇੱਕ ਕਾਬਲ ਅਫਸਰ ਦਾ ਕੰਮ ਬੋਲਦਾ, ਉਹ ਖੁਦ ਨਹੀਂ ਬੋਲਦਾ। ਸੋ ਜ਼ਾਹਰੀ ਤੌਰ 'ਤੇ ਆ ਜਿਹੜਾ ਬੜਬੋਲਾਪਨ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਾਫੀ ਭਾਰੀ ਪਿਆ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਵੀ ਮਹਿੰਦਰਪਾਲ ਸਿੰਘ ਬਿੱਟੂ ਬੇਅਦਬੀ ਮਾਮਲਿਆਂ ਦਾ ਇੱਕ ਮੁੱਖ ਆਰੋਪੀ, ਡੇਰੇ ਸੱਚੇ ਸੌਦੇ ਦਾ ਇੱਕ ਬਹੁਤ ਮੁੱਢਲੀ ਜਿਹੜੀ ਸ਼੍ਰੇਣੀ ਦਾ ਇੱਕ ਕਾਰਕੂਨ ਸੀ, ਜਿਸ ਦੇ ਉੱਤੇ ਕਿ ਬੇਅਦਬੀ ਦਾ ਸਾਰਾ ਠੀਕਰਾ ਵੀ ਫੁੱਟਿਆ ਤੇ ਕਿਹਾ ਗਿਆ ਵੀ ਉਸਨੇ ਖੁਦ ਵੀ ਇੰਕਸ਼ਾਫ ਕੀਤਾ ਵੀ ਬੇਅਦਬੀਆਂ ਦੀ ਘਟਨਾਵਾਂ ਨੂੰ ਇੱਕ ਛੜਯੰਤਰਿਕ ਸਾਜ਼ਿਸ਼ ਦੇ ਤਹਿਤ ਉਸਨੇ ਅੰਜਾਮ ਦਿੱਤਾ ਸੀ। ਨਾਭੇ ਜੇਲ੍ਹ ਜਦੋਂ ਉਸਦਾ ਕਤਲ ਕੀਤਾ ਜਾਂਦਾ ਹੈ ਜੂਨ 2019 ਦੇ ਵਿੱਚ, ਉਸ ਵਕਤ ਕੁੰਵਰ ਵਿਜੇ ਪ੍ਰਤਾਪ ਸਿੰਘ ਕੁਝ ਦਿਨ ਬਾਅਦ, ਕੁਝ ਘੰਟਿਆਂ ਬਾਅਦ ਜੇਲ੍ਹ ਦੇ ਵਿੱਚ ਪਹੁੰਚ ਜਾਂਦੇ ਨੇ। ਜੇਲ੍ਹ ਦੇ ਵਿੱਚ ਜਾ ਕੇ ਅਫਸਰਾਂ ਨੂੰ, ਜੇਲ੍ਹ ਦੇ ਅਧਿਕਾਰੀਆਂ ਨੂੰ ਕਾਫੀ ਗੱਲਾਂ ਬਾਤਾਂ ਕਹਿਣੀਆਂ ਸੁਣਨੀਆਂ ਬਣਦੀਆਂ ਵੀ ਨੇ ਕਿਉਂਕਿ ਐਡਾ ਵੱਡਾ ਹਾਦਸਾ ਹੋਇਆ ਹੈ। ਇੱਕ ਬਿਆਨ ਜਾਰੀ ਹੁੰਦਾ ਕੁੰਵਰ ਵਿਜੇ ਪ੍ਰਤਾਪ ਤੋਂ ਕਿ ਮਹਿੰਦਰਪਾਲ ਸਿੰਘ ਬਿੱਟੂ ਦਾ ਮਰਨਾ ਜਾਂ ਉਹਨਾਂ ਦੀ ਮੌਤ ਜਾਂ ਉਹਨਾਂ ਦਾ ਕਤਲ ਇੱਕ ਸੈਟਬੈਕ ਹੈ। ਦਰਸ਼ਕਾਂ ਨੂੰ ਦੱਸ ਦਈਏ ਵੀ ਮਹਿੰਦਰਪਾਲ ਸਿੰਘ ਬਿੱਟੂ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇੱਕ ਆਰੋਪੀ ਸੀ, ਮੁਲਜ਼ਮ ਸੀ, ਐਕਿਊਜ਼ਡ ਸੀ, ਜਿਸ ਨੂੰ ਕਿ ਜੇਲ੍ਹ 'ਚ ਮਾਰਤਾ ਗਿਆ। ਇਹ ਬੇਅਦਬੀ ਦੇ ਮਾਮਲੇ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਨਹੀਂ ਸੀ ਕਰ ਰਹੇ। ਸੋ ਉਹ ਜੇਲ੍ਹ ਵਿੱਚ ਜਾ ਕੇ ਮਹਿੰਦਰਪਾਲ ਸਿੰਘ ਬਿੱਟੂ, ਜਿਸ ਨੂੰ ਕਿ ਤੁਸੀਂ ਕਈ ਸਾਲਾਂ ਤੱਕ
ਬਤੌਰ ਇੱਕ ਸਿੱਟ ਮੁਖੀ ਇਨਵੈਸਟੀਗੇਟ ਨਹੀਂ ਕੀਤਾ, ਉਸ ਨੂੰ ਇੰਟੈਰੋਗੇਟ ਨਹੀਂ ਕੀਤਾ, ਕਦੀ ਉਸ ਤੱਕ ਜਾਣ ਦੀ ਲੋੜ ਨਹੀਂ ਸਮਝੀ ਸੀ। ਈਵਨ ਆਪਾਂ ਇਹ ਮੰਨ ਕੇ ਵੀ ਚੱਲੀਏ ਵੀ ਬੇਅਦਬੀ ਦੇ ਮਾਮਲੇ ਤੇ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਕੋਈ ਤਾਰ ਜੁੜਦੇ ਨੇ, ਲਿੰਕ ਜੁੜਦਾ ਹੈ, ਮਹਿੰਦਰਪਾਲ ਸਿੰਘ ਬਿੱਟੂ ਕੋਈ ਕੜੀ ਹੋ ਸਕਦਾ ਹੈ, ਉਸ ਤੋਂ ਤਾਂ ਪੁੱਛਗਿੱਛ ਬਣਦੀ ਹੈ। ਤਾਂ ਅਗਸਤ 2018 ਜਦ ਤੋਂ ਵਿਧਾਨ ਸਭਾ ਦੇ ਮਤੇ ਪਾਸ ਹੁੰਦੇ ਨੇ, ਜਾਂਚ ਵਾਪਸ ਲੈ ਲਈ ਜਾਂਦੀ ਹੈ ਸੀਬੀਆਈ ਤੋਂ, ਸਿੱਟ ਬਣਾਈ ਜਾਂਦੀ ਹੈ, ਕੁੰਵਰ ਵਿਜੇ ਪ੍ਰਤਾਪ ਕੰਮ ਕਰਨਾ ਸ਼ੁਰੂ ਕਰਦੇ ਨੇ। 9-10 ਮਹੀਨਿਆਂ ਤੱਕ ਜਦ ਤੱਕ ਬਿੱਟੂ ਦਾ ਕਤਲ ਨਹੀਂ ਹੋ ਜਾਂਦਾ ਤਦ ਤੱਕ ਇਹ ਸਿੱਟਾਂ ਜਿਹੜੀਆਂ ਨੇ ਉਹ ਸੁੱਤੀਆਂ ਪਈਆਂ ਰਹਿੰਦੀਆਂ ਨੇ। ਕਿਸੇ ਨੂੰ ਮਹਿੰਦਰਪਾਲ ਸਿੰਘ ਬਿੱਟੂ ਯਾਦ ਨਹੀਂ ਆਉਂਦਾ ਤੇ ਉਸ ਦੇ ਕਤਲ ਤੋਂ ਬਾਅਦ ਜੇਲ੍ਹ ਵਿੱਚ ਜਾ ਕੇ ਕੁੰਵਰ ਵਿਜੇ ਪ੍ਰਤਾਪ ਇਹ ਬਿਆਨ ਜਾਰੀ ਕਰਦੇ ਨੇ ਵੀ ਇਹ ਕਤਲ ਸਾਡੇ ਲਈ ਸੈਟਬੈਕ ਹੈ। ਕਿਹੜੇ ਮਾਮਲੇ 'ਚ ਸੈਟਬੈਕ ਹੈ? ਬੇਅਦਬੀ ਦੇ ਮਾਮਲੇ ਦੀ ਤੁਸੀਂ ਜਾਂਚ ਨਹੀਂ ਕਰ ਰਹੇ ਸੀ। ਕੋਟਕਪੂਰਾ ਦੇ ਨਾਲ ਕੁਝ ਉਸ ਤਰੀਕੇ ਦਾ ਸਿੱਧਾ ਲਿੰਕ ਜੁੜ ਹੀ ਨਹੀਂ ਪਾ ਰਿਹਾ ਸੀ ਫਾਇਰਿੰਗ ਦਾ, ਕਿਉਂਕਿ ਤੁਹਾਡੀ ਤਫਤੀਸ਼ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਉਮਰਾ ਨੰਗਲ ਤੇ ਹੋਰ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੱਕ ਸੀਮਿਤ ਰਹਿਣੀ ਚਾਹੀਦੀ ਸੀ ਨਾ। ਤਾਂ ਉਹਦੇ ਵਿੱਚ ਇਸ ਕਿਸਮ ਦੇ ਬਿਆਨ ਛੱਡਦੇ ਨੇ ਕਿ ਫਲਾਂ ਕੇਸ ਦੇ ਵਿੱਚ ਫਲਾਂ ਮੁਲਜ਼ਮ ਦੇ ਮਾਰੇ ਜਾਣ ਦਾ ਫਲਾਂ ਕੇਸ ਨੂੰ ਸੈਟਬੈਕ ਹੋਏਗਾ, ਜਿਸ ਦਾ ਕੋਈ ਮੂੰਹ ਸਿਰ ਪੈਰ ਤੇ ਤਾਰ ਨਹੀਂ ਜੁੜ ਰਹੇ। ਇਹ ਇੱਕ ਬਹੁਤ ਵੱਡਾ ਸਵਾਲ ਪ੍ਰੋਫੈਸ਼ਨਲਿਜ਼ਮ ਤੇ ਖੜਾ ਕਰਦੇ ਨੇ ਇਹੋ ਜਿਹੇ ਅਧਿਕਾਰੀ ਜੋ ਕਿ ਬਿਆਨ ਬਹਾਦਰ ਹੈਗੇ ਨੇ। ਮੀਡੀਆ ਵਿੱਚ ਆਉਣਾ ਉਹਨਾਂ ਦੀ ਫਿਤਰਤ ਹੈਗੀ ਹੈ। ਟੀਵੀ ਕੈਮਰਾ ਨੂੰ ਦੇਖ ਕੇ ਉਹਨਾਂ ਦਾ ਐਡਰੇਨਲਿਨ ਵੱਧ ਜਾਂਦਾ ਹੈਗਾ, ਉਹਨਾਂ ਦਾ ਖੂਨ ਵੱਧ ਜਾਂਦਾ ਹੈਗਾ। ਸਮਝਣ ਵਾਲੀ ਗੱਲ ਹੈਗੀ ਹੈ ਵੀ ਇਹ ਬਹੁਤ ਸੰਜੀਦਾ ਮਾਮਲਿਆਂ ਦੀ ਪੜਤਾਲ ਸੀ, ਤਫਤੀਸ਼ ਸੀ, ਜਿਸ ਨੂੰ ਕਿ ਅਸੀਂ ਖੂਹ ਖਾਤੇ ਪੈਂਦਾ ਵੇਖ ਰਹੇ ਹਾਂ। ਤੇ ਇਸ ਦੇ ਵਿੱਚ ਕੁਝ ਹੱਦ ਤੱਕ ਜ਼ਿੰਮੇਵਾਰ ਉਹ ਅਫਸਰ ਵੀ ਨੇ ਜਿਨ੍ਹਾਂ ਨੇ ਬਹੁਤ ਗੈਰ ਜ਼ਿੰਮੇਦਾਰਾਨਾ ਤੇ ਹਲਕੇ ਤਰੀਕੇ ਨਾਲ ਆਪਣੀ ਨਿੱਜੀ ਸ਼ੋਹਰਤ ਤੇ ਵਾਹਵਾਹੀ ਬਟੋਰਨ ਲਈ ਇਹਨਾਂ ਕੇਸਾਂ ਦਾ ਕੁੰਡਾ ਕਰਤਾ। ਕੁਝ ਲੋਕ ਪੁੱਛਣਾ ਚਾਹਣਗੇ ਵੀ ਅਫਸਰਾਂ ਤੇ ਉਂਗਲ ਨਾ ਚੁੱਕੋ। ਬਹੁਤ ਸੇ ਐਸੇ ਅਫਸਰ ਨੇ ਜੋ ਕਿ ਬਹੁਤ ਸ਼ਾਂਤ ਹੋ ਕੇ ਕੰਮ ਕੀਤਾ, ਉਹਨਾਂ ਨੂੰ ਵੀ ਸਿੱਟਾਂ 'ਚੋਂ ਕੱਢਿਆ ਗਿਆ। ਅੱਜ ਉਹਦਾ ਹੱਲਾ ਨਹੀਂ ਪੈ ਰਿਹਾ। ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਲੀਡਰ, ਅਕਾਲੀ ਦਲ ਇਹਨਾਂ ਕਰ ਕੀ ਗੱਲ ਕਰਨੀ, ਆਮ ਆਦਮੀ ਪਾਰਟੀ, ਕੋਈ ਰੌਲਾ ਨਹੀਂ ਪਾ ਰਿਹਾ। ਐਸੇ ਅਫਸਰ ਮੌਜੂਦ ਨੇ ਜਿਨ੍ਹਾਂ ਨੂੰ ਸਿੱਟਾਂ 'ਚੋਂ ਐਵੇਂ ਕੱਢਿਆ ਗਿਆ, ਇਸੀ ਮਾਮਲੇ 'ਚ ਕੱਢਿਆ ਗਿਆ, ਲੇਕਿਨ ਉਹਨਾਂ ਨੇ ਚੂੰ ਤੱਕ ਨਹੀਂ ਕੀਤੀ। ਸੋ ਜਜਮੈਂਟ ਆਉਣ ਤੋਂ ਪਹਿਲਾਂ ਹੀ ਜਦੋਂ ਇੱਕ ਪੁਲਿਸ ਅਧਿਕਾਰੀ ਆਪਣਾ ਅਸਤੀਫਾ ਦੇ ਦੇਵੇ ਤੇ ਤਮਾਮ ਕਿਸਮ ਦੇ ਇਲਜ਼ਾਮ ਐਡਵੋਕੇਟ ਜਨਰਲ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ, ਸੁਪਰੀਮ ਕੋਰਟ ਦੇ ਵਕੀਲਾਂ ਦੇ ਲਾ ਦੇਵੇ, ਤਾਂ ਆਪਾਂ ਕੀ ਮੰਨੀਏ? ਨਾਚ ਨਾ ਜਾਣੇ ਆਂਗਣ ਟੇਢਾ ਜਾਂ ਅੰਗੂਰ ਖੱਟੇ ਥੇ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਭੂਮਿਕਾ, ਉਹਨਾਂ ਦੇ ਕਾਰਗੁਜ਼ਾਰੀ ਉੱਤੇ ਮੈਂ ਕੋਸ਼ਿਸ਼ ਕੀਤੀ ਉਸ ਨੂੰ ਐਨਾਲਾਈਜ਼ ਕਰਨ ਦੀ, ਤੇ ਇਹ ਨਾ ਸਮਝਿਆ ਜਾਵੇ ਵੀ ਹਾਈ ਕੋਰਟ ਦੇ ਫੈਸਲੇ ਜਾਂ ਹਾਈ ਕੋਰਟ ਦੇ ਫੈਸਲੇ 'ਚ ਜੋ ਕੁਝ ਲਿਖਿਆ ਗਿਆ ਅਸੀਂ ਉਸ ਚੀਜ਼ ਨੂੰ ਹੂਬਹੂ ਤੁਹਾਡੇ ਸਾਹਮਣੇ ਰੱਖਿਆ ਹੈ। ਇਸ ਕੇਸ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੀ ਵੀ ਮੇਰੀ ਆਪਣੀ ਤਫਤੀਸ਼ ਰਹੀ ਹੈ, ਇਨਵੈਸਟੀਗੇਸ਼ਨ ਰਹੀ ਹੈ, ਉਸ ਨੂੰ ਬੇਸ ਬਣਾ ਕੇ ਇਹ ਗੱਲਬਾਤ ਹਾਈ ਕੋਰਟ ਦੇ ਉਸ ਫੈਸਲੇ ਦੇ ਨਾਲ ਰਿਲੇਟ ਕਰਕੇ ਮੈਂ ਤੁਹਾਡੇ ਸਾਹਮਣੇ ਇਹ ਸਾਰੇ ਫੈਕਟਸ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਜੇ ਤੁਸੀਂ ਹਾਈ ਕੋਰਟ ਦੇ ਫੈਸਲੇ, ਉਸ 9 ਅਪ੍ਰੈਲ 2021 ਦੇ ਵਿਵਾਦਿਤ ਫੈਸਲੇ ਦੇ ਉੱਤੇ ਹਾਈ ਕੋਰਟ ਦਾ ਕੋਈ ਕ੍ਰਿਟੀਕਲ ਜਿਹੜਾ ਮੇਰਾ ਵੀਡੀਓ ਹੈ ਨਹੀਂ ਵੇਖਿਆ, ਤਾਂ ਉਸ ਨੂੰ ਜ਼ਰੂਰ ਵੇਖੋ। ਉਹ ਸੁਜੈਸਟਡ ਲਿੰਕਸ ਦੇ ਵਿੱਚ ਜ਼ਰੂਰ ਤੁਹਾਨੂੰ ਮਿਲ ਜਾਏਗਾ ਤੇ ਉਸ ਵੀਡੀਓ ਨੂੰ ਜ਼ਰੂਰ ਦੇਖੋ, ਕਿਉਂਕਿ ਦੋ ਅਲੱਗ-ਅਲੱਗ ਪੱਖ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਮੀਆਂ, ਖਾਮੀਆਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੁਡੀਸ਼ੀਅਲ ਓਵਰ ਐਕਟਿਵਿਜ਼ਮ। ਇਹ ਦੋਵੇਂ ਚੀਜ਼ਾਂ ਨੇ ਜਿਨ੍ਹਾਂ ਨੇ ਕਿ ਬੇਅਦਬੀ ਮਾਮਲਿਆਂ ਦਾ ਨੁਕਸਾਨ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਰਿਤੇਸ਼ ਲੱਖੀ ਅਨਪਲੱਗਡ ਨਾਲ ਜੁੜੇ ਰਹੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ, ਤੇ ਜੇ ਚੰਗਾ ਨਹੀਂ ਲੱਗਦਾ ਤਾਂ ਕਮੈਂਟ ਵੀ ਕਰੋ।